किसानों को लेकर भाजपा में भी बगावती सुर अपनी पार्टी के खिलाफ देखने को लगातार मिल रहे हैं। आज पठानकोट में पूर्व मंत्री मास्टर मोहन लाल के घर भाजपा के पूर्व कैबिनेट मिनिस्टर अनिल जोशी पहुंचे, जहां अनिल जोशी और मास्टर मोहन लाल आक्रामक तेवर में नजर आए और उन्होंने भाजपा पंजाब यूनिट को इस आंदोलन के लिए जिम्मेदार भी ठहराया। वहीं मीडिया से बात करते हुए अनिल जोशी ने कहा कि किसानों के मुद्दे को लेकर पंजाब यूनिट सेंटर के सामने पूरी बात नहीं रख पाया और अपने कार्यकर्ताओं की रक्षा भाजपा का पंजाब यूनिट नहीं कर पाया, जिसको लेकर भाजपा पंजाब प्रधान अश्विनी शर्मा जिम्मेदार हैं। वहीं मास्टर मोहन लाल ने कहा कि ये बात बिल्कुल सच है कि जब तक अश्विनी शर्मा है तब तक उनकी सियासत में एंट्री नहीं हो सकती। साथ ही उन्होंने कहा कि उन्होंने पार्टी के लिए खून बहाया है और पार्टी को खड़ा किया है। उनके लिए अश्विनी शर्मा महत्वपूर्ण नहीं बल्कि पार्टी महत्वपूर्ण है। पार्टी के जो नेता आज अपनी चीची उंगली पर खून लगाकर शहीद कहला रहे हैं, उन्होंने पार्टी के लिए कुछ नहीं किया। पार्टी लाइन तो अलग होके नहीं, पार्टी नूं यही कहा कि जिहड़ी लाइन लैनी चाहिदी है वो ये है कि आपां पंजाब 'च पॉलिटिक्स करनी है। पंजाब 'च साडा भाईचारा, पंजाब 'च किसानां नाल साडा नौ मास दा रिश्ता, क्योंकि ये एग्रीकल्चर स्टेट है तो इत्थे जिहड़ी पंजाब दी इकोनॉमी है सारी एग्रीकल्चर बेस्ड है। इस करके हर दुकानदार, हर व्यापारी, शैलर, आड़त ये सब एक इंटरलिंक्ड है सब किसानां नाल। ते जे किसानां वास्ते असीं हा दा नारा ही नहीं मारांगे, 500 किसान उत्थे शहीद हो गए, ਉਹਦੇ ਵਾਸਤੇ ਹਾ ਦਾ ਨਾਰਾ ਮਾਰਨਾ ਕੀ ਪਾਰਟੀ ਲਾਈਨ ਤੋਂ ਅਲੱਗ ਦੀ ਗੱਲ ਹੈ। ਜੇ ਕਿਸਾਨ ਪੰਜਾਬ ਦੇ ਆ ਕਿਉਂਕਿ ਪੰਜਾਬ ਤੋਂ ਐਜੀਟੇਸ਼ਨ ਸ਼ੁਰੂ ਹੋਈ ਤੇ ਮੈਂ ਤੇ ਹੁਣ ਤੇ ਹੌਲੀ ਹੌਲੀ ਇੱਥੋਂ ਤੱਕ ਗੱਲ ਆ ਗਈ ਹੈ ਵੀ ਮੈਂ ਇਹਨਾਂ ਨੂੰ ਇਹੀ ਕਿਹਾ ਵਾ ਪ੍ਰਧਾਨ ਜੀ ਨੂੰ ਕਿ ਤੁਸੀਂ ਜੇ ਉਸ ਟਾਈਮ ਤੇ ਜਦੋਂ ਮੈਂ ਕਿਹਾ, ਮਾਸਟਰ ਜੀ ਨੇ ਵੀ ਕਿਹਾ ਉਸ ਟਾਈਮ ਤੇ ਉਸ ਟਾਈਮ ਦੇ ਉੱਤੇ ਪੰਜਾਬ 'ਚ ਦੋ ਡਿਮਾਂਡ ਸੀ ਛੋਟੀਆਂ ਜਿਹੀਆਂ ਕਿਸਾਨਾਂ ਦੀਆਂ। ਨੰਬਰ 1 ਆਉਂਦੇ ਸੀ ਵੀ ਸਾਨੂੰ SDM ਦੀ ਜਗ੍ਹਾ ਦੇ ਉੱਤੇ ਕੋਰਟ ਜਾਣ ਦਾ ਅਧਿਕਾਰ ਦਿਓ, MSP ਦੀ ਗਰੰਟੀ ਦਿਓ। ਤੁਸੀਂ ਇਹ ਦੇਖੋ MSP ਤੇ 100% ਖਰੀਦ ਹੈਗੀ ਹੈ ਝੋਨੇ ਦੀ ਵੀ ਤੇ ਕਣਕ ਦੀ ਵੀ, ਤੇ 100% MSP ਆਉਂਦੀ ਹੈ ਪੰਜਾਬ 'ਚ। ਇੱਥੇ ਤੇ ਗਰੰਟੀ ਹੈ ਤੇ ਲਿਖਤੀ ਚਾਹੀਦੇ ਤੇ ਲਿਖਤੀ ਦੇ ਦੇਣਾ ਸੀ ਉਹਨਾਂ ਨੇ, ਕਿਉਂਕਿ ਪੰਜਾਬ ਦੇ ਵਿੱਚ ਕੋਈ ਵਾਧੂ ਪੈਸਾ ਨਹੀਂ ਸੀ ਦੇਣਾ ਪੈਣਾ। ਇਸ ਕਰਕੇ ਇਹ ਪੰਜਾਬ ਦੇ ਵਿੱਚ ਹੀ ਡੀਲ ਹੋ ਜਾਣਾ ਸੀ, ਪਰ ਇਹਨਾਂ ਨੇ ਸਿੰਸੈਰਿਟੀ ਨਹੀਂ ਵਿਖਾਈ। ਇਹਨਾਂ ਨੇ ਉਸ ਵੇਲੇ ਇਹਨਾਂ ਨੂੰ ਨਬਜ ਨਹੀਂ ਫੜ ਸਕੇ ਕਿਸਾਨਾਂ ਦੀ, ਝੂਠ ਬੋਲਦੇ ਰਹੇ ਉੱਤੇ ਵੀ ਅਸੀਂ ਪਿੰਡਾਂ 'ਚ ਜਾ ਰਹੇ ਹਾਂ, ਅਸੀਂ ਕਿਸਾਨਾਂ ਨੂੰ ਜਾ ਕੇ ਸਮਝਾ ਰਹੇ ਹਾਂ। ਉਹ ਬੜੇ ਖੁਸ਼ ਆ ਕਿ ਬਹੁਤ ਵਧੀਆ ਐਕਟ ਆਇਆ, ਜਿੱਤੇ ਸਨਮਾਨਿਤ ਵੀ ਹੋ ਲਿਆ। ਆਪੇ ਹੀ ਵਰਚੁਅਲ ਮੀਟਿੰਗਸ ਹੋਈਆਂ ਜਿਹੜੀਆਂ ਉਹਨਾਂ ਦੀਆਂ ਮਿਨਿਸਟਰਸ ਦੀਆਂ, ਉਹਦੇ 'ਚ ਬੰਦੇ ਜਿਹੜੇ ਪਾਰਟੀ ਦੇ ਹੀ ਭਾਲੇ ਕਿਸਾਨ ਤੇ ਕੋਈ ਪਿੰਡਾਂ 'ਚੋਂ ਆਏ ਨਹੀਂ, ਕਿਸਾਨ ਤੇ ਐਜੀਟੇਸ਼ਨ ਸੀਗੇ। ਤੇ ਇਹ ਇਸੇ ਨਲਾਇਕੀ ਕਰਕੇ ਪੰਜਾਬ ਦੇ ਇਸ ਯੂਨਿਟ ਕਰਕੇ ਇਹ ਅੰਦੋਲਨ ਜਿਹੜਾ ਵਾ ਉਹ ਦੇਸ਼ ਵਿਆਪੀ ਹੋ ਗਿਆ। ਤੇ ਫਿਰ ਮੈਂ ਸਮਝਦਾ ਹਾਂ ਕਿ ਵਿਸ਼ਵ ਵਿਆਪੀ ਵੀ, ਕਿਉਂਕਿ ਪੂਰੇ ਦੁਨੀਆ ਦੇ ਵਿੱਚ ਪ੍ਰਦਰਸ਼ਨ ਹੋਏ ਅੰਬੈਸੀਆਂ ਦੇ ਸਾਹਮਣੇ ਤੇ ਉਹਦੇ ਨਾਲ ਕਿਰਕਰੀ ਜਿਹੜੀ ਹੈ ਹਿੰਦੁਸਤਾਨ ਸਰਕਾਰ ਦੀ ਹੋਈ, ਮੋਦੀ ਸਾਹਿਬ ਦੀ ਸਰਕਾਰ ਜਿਹੜੀ ਇੰਨੀ ਵਧੀਆ ਪੂਰੀ ਦੁਨੀਆ ਦੇ ਵਿੱਚ ਜਿਹਨੇ ਝੰਡੇ ਗੱਡੇ ਆਪਣੇ ਕੰਮ ਦੇ ਨਾਲ, ਜਿਹਦੀ ਇੰਨੀ ਸ਼ੋਭਾ ਹੋ ਰਹੀ ਸੀ, ਇਸ ਪੰਜਾਬ ਦੇ ਯੂਨਿਟ ਕਰਕੇ ਉਹ ਕਿਰਕਰੀ ਹੋਈ। ਉਹਦੀ ਜ਼ਿੰਮੇਵਾਰੀ ਵੀ ਇਸ ਪੰਜਾਬ ਯੂਨਿਟ ਦੀ ਆ, ਪ੍ਰਧਾਨ ਦੀ ਤੇ ਉਹਦੀ ਟੀਮ ਦੀ। ਤੇ ਅਸੀਂ ਤੇ ਇੱਕੋ ਹੀ ਗੱਲ ਮੈਂ ਕੀਤੀ ਬਾਰ-ਬਾਰ, ਪਹਿਲਾਂ ਪਾਰਟੀ ਦੇ ਅੰਦਰ ਕਰਦੇ ਰਹੇ ਗੱਲ, ਇਹ ਵੀ ਕਿਹਾ ਮੈਂ ਕਿਹਾ 23 MLA ਜਿਹੜੇ ਲੜਦੇ ਆ ਉਹ ਬੁਲਾਓ, ਨਾਲ ਸੀਨੀਅਰ ਜਿਸ ਤਰ੍ਹਾਂ ਮਾਸਟਰ ਜੀ ਆ ਜਾਂ ਆਪਣੀ ਕੋਰ ਕਮੇਟੀ 50-60 ਲੋਕਾਂ ਦੀ ਇੱਕ ਸੀਨੀਅਰਸ ਦੀ ਟੀਮ ਬੁਲਾਓ, ਸਭ ਦਾ ਵਿਊ ਲਓ, ਇਹਨੂੰ ਕਿਸ ਤਰ੍ਹਾਂ ਡੀਲ ਕਰਨਾ ਚਾਹੀਦਾ। ਪੰਜਾਬ ਸੀ ਉਦੋਂ, ਕਿਸ ਤਰ੍ਹਾਂ ਡੀਲ ਕਰਨਾ ਚਾਹੀਦਾ। ਇਹਨਾਂ ਨੇ ਅੱਜ ਤੱਕ ਉਹ 23 MLA ਨਹੀਂ ਬੁਲਾਏ, ਨਾ ਹੀ ਮੇਰਾ ਖਿਆਲ ਇਹਨਾਂ ਨੂੰ ਪੁੱਛਿਆ ਹੋਣਾ ਤੇ ਨਾ ਹੀ ਅੱਜ ਤੱਕ ਸਾਨੂੰ ਪੁੱਛਿਆ। ਇਹ ਕਿਹਦੇ ਨਾਲ ਕੌਣ ਸਲਾਹਕਾਰ ਹੈ ਇਹਨਾਂ ਦੇ ਸਲਾਹਕਾਰ ਹੁਣ ਜਿਹੜੇ ਜਨਰਲ ਸੈਕਟਰੀ ਬਣਾਏ ਆ ਜਾਂ ਟੀਮ ਬਣਾਈ ਉਹ ਹੋ ਸਕਦੇ ਆ। ਮਤਲਬ ਤੁਸੀਂ ਦੇਖੋ ਨਾ ਲੈਵਲ ਕੀ ਹੈਗਾ ਵਾ। ਜਿਨ੍ਹਾਂ ਨੇ ਇਲੈਕਸ਼ਨਾਂ ਜਦੋਂ 23 ਬੰਦੇ ਆ ਜਿਹੜੇ ਇਲੈਕਸ਼ਨ ਲੜਦੇ, ਉਦੋਂ ਉਹਨਾਂ ਦਾ ਗਰਾਊਂਡ, ਉਹਨਾਂ ਦਾ ਬਸ ਸਭ ਕੁਝ, ਕਿਉਂਕਿ ਜਦੋਂ ਟਿਕਟ ਦਿੰਦੇ ਆ ਸਭ ਕੁਝ ਵੇਖ ਕੇ ਪਾਰਟੀ ਦਿੰਦੇ ਆ, ਉਦੋਂ ਸਭ ਠੀਕ ਹੁੰਦੇ ਆ। ਜਦੋਂ ਕੋਈ ਪਾਰਟੀ ਦੇ ਅੰਦਰ ਕੋਈ ਸਲਾਹ ਕਰਨ ਦੀ ਲੋੜ ਹੁੰਦੀ ਆ ਤਾਂ ਉਦੋਂ ਕੀ ਉਹਨਾਂ ਦੇ ਦਿਮਾਗ ਘਟ ਜਾਂਦੇ ਆ। ਇਸ ਕਰਕੇ ਮੇਰਾ ਕਹਿਣਾ ਇਹੀ ਸੀ ਕਿ ਪੰਜਾਬ ਦੇ ਵਿੱਚ ਜੋ ਕਾਰਜਕਰਤਾ ਨਾਲ ਇਸ ਵੇਲੇ ਹੋ ਰਿਹਾ, ਫਿਰ ਦੇਸ਼ ਵਿਆਪੀ ਤੇ ਹੋ ਹੀ ਗਿਆ, ਇਹ ਡੈਡਲੌਕ ਕਾਇਮ ਹੋ ਹੀ ਗਿਆ, ਪਰ ਜੋ ਪਾਰਟੀ ਦੇ ਕਾਰਜਕਰਤਾ ਨਾਲ ਹੁੰਦਾ ਪਿਆ, ਮੈਂ ਇਹਨਾਂ ਨੂੰ ਬਾਰ-ਬਾਰ ਇਹੀ ਕਿਹਾ ਕਿ ਪੰਜਾਬ ਦੀ BJP ਨੂੰ ਪੰਜਾਬ ਦੇ ਕਿਸਾਨਾਂ ਨਾਲ ਸਟੈਂਡ ਲੈਣਾ ਚਾਹੀਦਾ। ਸਾਨੂੰ ਹਿੱਕ ਡਾ ਕੇ ਦਿੱਲੀ ਨਾਲ ਗੱਲ ਕਰਨੀ ਚਾਹੀਦੀ ਆ। ਅਸੀਂ ਬਹੁਤ ਸੰਤਾਪ ਹੰਡਾਇਆ ਪੁਰਾਣਾ ਜਿਹੜਾ ਵਾ ਨਾ, ਅੱਤਵਾਦ ਦਾ ਸਮਾਂ ਭੁੱਲਾ ਨਹੀਂ ਹਲੇ, ਬੜਾ ਮੁਸ਼ਕਲ ਲੋਕੀ ਫਿਰ ਉਸ ਦੀ ਜਾਏ ਉਸੇ ਲੈਵਲ ਤੇ ਪ੍ਰੇਮ ਭਾਈਚਾਰਾ ਬਣਿਆ, ਉਹ ਅਸੀਂ ਹੁਣ ਟੁੱਟਣ ਨਹੀਂ ਦੇਣਾ ਕਿਸੇ ਕੀਮਤ ਦੇ ਉੱਤੇ। ਸਾਡਾ ਦੁੱਖ ਇਹ ਆ, ਇਸ ਕਰਕੇ ਭਾਈਚਾਰਾ ਨਾ ਟੁੱਟੇ,
किसान खुशी खुशी घर आउण, ਉਹਨਾਂ ਦਾ ਮਸਲਾ ਹੱਲ ਹੋਵੇ। ਤੇ ਮੈਂ ਇਹਨਾਂ ਨੂੰ ਇਹੀ ਕਿਹਾ ਵੀ ਸਾਨੂੰ ਪੰਜਾਬ ਦੇ ਕਿਸਾਨਾਂ ਵਾਸਤੇ ਜਾਂ ਕਿਸਾਨਾਂ ਵਾਸਤੇ ਹਾਂ ਦਾ ਨਾਰਾ ਮਾਰਨਾ ਚਾਹੀਦਾ, ਉਹਨਾਂ ਨਾਲ ਸਟੈਂਡ ਲੈਣਾ ਚਾਹੀਦਾ। ਕਾਂਗਰਸ ਨੇ ਉਹਨਾਂ ਨੂੰ ਸਪੋਰਟ ਦਿੱਤੀ, ਅਕਾਲੀ ਦਲ ਨੇ ਦਿੱਤੀ, ਆਮ ਪਾਰਟੀ ਨੇ ਦਿੱਤੀ, ਛੋਟੇ ਮੋਟੀਆਂ ਸਾਰੀਆਂ ਜਥੇਬੰਦੀਆਂ, ਭਾਵੇਂ ਟਰਾਂਸਪੋਰਟ ਵਾਲੀ, ਮਜ਼ਦੂਰਾਂ ਦੀ, ਵਪਾਰੀਆਂ ਦੀ। ਤੇ ਅਸੀਂ ਜਿਹੜਾ ਬੀਜੇਪੀ ਵਾਲੇ ਜਿਹੜੇ ਇੱਕ ਵੱਖਰਾ ਰਾਗ ਲਾਤੇ ਪਏ ਹਾਂ, ਬਾਕੀ ਸਾਰੇ 95% ਲੋਕ ਜਿਹੜੇ ਉਹ ਗੱਲ ਕਰਦੇ ਪਏ ਕਿਸਾਨਾਂ ਦੀ। ਤੇ ਜੇ ਅਸੀਂ ਨਹੀਂ ਕਿਸਾਨਾਂ ਦੇ ਨਾਲ ਖੜੇ ਹੁੰਦੇ ਤੇ ਘੱਟ ਤੋਂ ਘੱਟ ਸਾਡਾ ਵਰਕਰ ਤਾਂ ਨਾ ਕੁੱਟਿਆ ਜਾਂਦਾ। ਕਾਂਗਰਸ ਦੇ ਆਖੇ ਨਹੀਂ ਮਸਲਾ ਹੱਲ ਹੋਇਆ, ਅਕਾਲੀ ਦਲ ਦੇ ਨਹੀਂ ਹੋਇਆ, ਆਪ ਦੇ ਨਹੀਂ ਹੋਇਆ, ਤੇ ਅਸੀਂ ਵੀ ਕਹਿ ਸਕਦੇ ਵੀ ਸੈਂਟਰ ਸਰਕਾਰ ਵਿਚਾਰ ਕਰਦੀ ਪਈ ਆ, ਅਸੀਂ ਤੁਹਾਡੇ ਨਾਲ ਆ, ਅਸੀਂ ਹੋਰ ਪ੍ਰੈਸ਼ਰ ਬਣਾਉਨੇ ਆ। ਸੈਂਟਰ ਸਰਕਾਰ ਨਹੀਂ ਮੰਨਦੀ, ਅਸੀਂ ਤਾਂ ਤੁਹਾਡੇ ਨਾਲ ਖੜੇ ਨਾ। ਸਾਡੇ ਵਰਕਰ ਦਾ ਇਹ ਹਾਲ ਨਹੀਂ ਹੁੰਦਾ ਫਿਰ ਜੋ ਹੁੰਦਾ ਪਿਆ। ਸਾਡੇ ਐਮਐਲਏ ਦੇ ਕੱਪੜੇ ਲੱਥ ਕੇ ਇੰਨਾ ਬੁਰਾ ਹਾਲ ਹੋਇਆ। ਇਹ ਜ਼ਿੰਮੇਵਾਰੀ ਪੰਜਾਬ ਪ੍ਰਧਾਨ ਦੀ ਨਹੀਂ ਗੀ। ਵਰਕਰ ਦੀ ਸਿਕਿਉਰਿਟੀ, ਇੱਜ਼ਤ ਮਾਨ ਦੀ ਰਾਖੀ ਨਹੀਂ ਅਸੀਂ ਕਰ ਪਾਏ। ਅਸੀਂ ਸਹੀ ਫੀਡਬੈਕ ਸਹੀ ਟਾਈਮ ਤੇ ਨਹੀਂ ਦੇ ਪਾਏ ਕੇਂਦਰ ਨੂੰ। ਸਾਡੇ ਹੁੰਦਿਆਂ, ਇਸ ਪ੍ਰਧਾਨ ਸਾਹਿਬ ਦੇ ਹੁੰਦਿਆਂ ਪਾਰਟੀ ਟੁੱਟੀ, ਇਹਨਾਂ ਦਾ ਜਨਰਲ ਸੈਕਟਰੀ ਚਲ ਗਿਆ। ਬਹੁਤ ਸਾਰੇ ਕਸਬਿਆਂ ਚੋਂ ਬਹੁਤ ਸਾਰੇ ਇੱਧਰੋਂ ਉੱਧਰੋਂ ਲੋਕੀ ਲੋਕਲ ਅਖਬਾਰਾਂ 'ਤੇ ਦੇ ਕੇ ਪਾਰਟੀ ਛੱਡ ਕੇ ਹੋਰ ਇੱਧਰ ਉੱਧਰ ਸ਼ਾਮਲ ਹੋ ਰਿਹਾ। ਪਾਰਟੀ ਟੁੱਟਦੀ ਰਹੀ, ਜ਼ਿੰਮੇਵਾਰੀ ਕਿਹਦੀ ਹੈ? ਪੰਜਾਬ ਪ੍ਰਧਾਨ ਦੀ। ਵਰਕਰ ਦੀ ਇੱਜ਼ਤ ਮਾਨ ਦੀ ਰਾਖੀ ਨਹੀਂ ਕਰ ਪਾਏ, ਕਿਹਦੀ ਜ਼ਿੰਮੇਵਾਰੀ ਹੈ? ਪੰਜਾਬ ਪ੍ਰਧਾਨ ਦੀ। ਸਹੀ ਫੀਡਬੈਕ ਕੇਂਦਰ ਨੂੰ ਨਹੀਂ ਦਿੱਤੀ, ਕਿਹਦੀ ਜ਼ਿੰਮੇਵਾਰੀ ਹੈ? ਪੰਜਾਬ ਪ੍ਰਧਾਨ ਦੀ। ਇਸ ਕਰਕੇ ਮੇਰੇ ਵਰਗੇ ਬੰਦਿਆਂ ਨੂੰ ਜਾਂ ਸਾਨੂੰ ਨੋਟਿਸ ਦੇਣ ਦੀ ਬਜਾਏ ਇਹਨਾਂ ਨੂੰ ਆਪ ਹੀ ਰਿਜ਼ਾਈਨ ਕਰ ਦੇਣਾ ਚਾਹੀਦਾ ਸੀ। ਸਟੈਂਡ ਲੈਂਦੇ ਜਾ ਕੇ ਵੀ ਮੈਂ ਜੇ ਆਪਣੇ ਕਾਰਜਕਰਤਾ ਦੀ ਸਿਕਿਉਰਿਟੀ, ਇੱਜ਼ਤ ਮਾਨ ਦੀ ਰਾਖੀ ਨਹੀਂ ਕਰ ਪਾ ਰਿਹਾ, ਮੇਰੀ ਨਹੀਂ ਗੱਲ ਸੁਣੀ ਜਾਂਦੀ, ਫਿਰ ਕੋਈ ਰਿਜ਼ਾਈਨ ਲੈ ਲਓ। ਮੈਂ ਨਹੀਂ ਆਪਣੇ ਵਰਕਰਾਂ ਦੀ ਹਾਲਾਤ ਦੇ ਸਕਦਾ। ਇਹ ਮੋਰਲ ਆਪਣੀ ਜਿਹੜੀ ਹੈ ਨਾ ਗਰਾਊਂਡ ਦੇ ਉੱਤੇ ਇਹਨਾਂ ਨੂੰ ਦੇਣਾ ਚਾਹੀਦਾ ਸੀ। ਜੋ ਸਭ ਪੰਜਾਬ ਯੂਨਿਟ ਦੇ ਕਿਹੜੇ ਬੰਦੇ ਪਿੰਡਾਂ 'ਚ ਜਾ ਕੇ ਜਾਂ ਇਲਾਕਿਆਂ 'ਚ ਜਾ ਕੇ, ਜਿਵੇਂ ਤੁਸੀਂ ਗੱਲ ਕੀਤੀ ਕਿ ਝੂਠ ਬੋਲਦੇ ਰਹੇ ਆ, ਉਹ ਕਿਹੜੇ ਲੋਕ ਸੀਗੇ? ਪਿੰਡਾਂ 'ਚ ਜਾ ਕੇ ਝੂਠ ਬੋਲਦੇ ਰਹੇ? ਪਿੰਡਾਂ 'ਚ ਤਾਂ ਮੈਂ ਆਖਿਆ ਹੀ ਨਹੀਂ ਹੈ। ਮੈਂ ਤਾਂ ਵਰਚੁਅਲ ਮੀਟਿੰਗਸ ਹੋਈਆਂ ਜਿਹੜੀਆਂ ਕੇਂਦਰ ਚੋਣਾਂ ਨੇ। ਕੌਣ ਬੰਦੇ ਕੀ ਪਾਰਟੀ ਦੇ ਅੱਗੇ ਪਾਉਂਦੇ ਰਹੇ ਆ ਝੂਠ ਬੋਲਣ? ਨਹੀਂ, ਪਾਰਟੀ ਦੇ ਅੱਗੇ ਕਿਸਾਨ ਬਣ ਕੇ ਕਿਸੇ ਨੂੰ ਪੱਗ ਤੈਨੂੰ ਬਣਾ ਲਈ, ਮੈਨੂੰ ਬਣਾਤੀ, ਬਹਿ ਜਾਓ ਜੀ ਤੇ ਕਿਸਾਨ ਹੈ ਜੀ। ਅਸੀਂ ਮਤਲਬ ਪਿੰਡਾਂ 'ਚ ਦੇ ਕੇ ਸਾਰੇ ਹੀ ਇਹੀ ਉੱਤੇ ਜਾ ਕੇ ਰਿਪੋਰਟਾਂ ਦਿੱਤੀਆਂ। ਅਸੀਂ ਜਾ ਰਹੇ ਪਿੰਡਾਂ 'ਚ, ਸਮਝ ਰਹੇ ਆ ਸਾਰੇ ਕਿਸਾਨ ਬਹੁਤ ਖੁਸ਼ ਆ। ਇਹੀ ਕੀਤਾ। ਕੌਣ ਕੀ? ਪੰਜਾਬ ਪ੍ਰਧਾਨ ਦੇ ਵਿੱਚ ਜਿਹੜੀ ਸਾਰੀ ਟੀਮ, ਸਾਰਾ ਜ਼ਿੰਮੇਵਾਰੀ ਇਹੀ ਹੁੰਦੀ ਆ। ਜਿਹੜਾ ਘਰ ਦਾ ਜਿਹੜਾ ਮੁਖੀ ਹੁੰਦਾ ਨਾ, ਉਹਦੀ ਜ਼ਿੰਮੇਵਾਰੀ ਹੁੰਦੀ ਆ। ਸਾਥ ਥੱਲੇ ਮੈਂ ਕਹਾਂ, ਤੁਸੀਂ ਕਹੋ, ਜੋ ਮਰਜ਼ੀ ਕਰੋ। ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਨੂੰ ਸਮਝਾਉਣ 'ਚ ਬੀਜੇਪੀ ਕਿਤੇ ਨਾ ਕਿਤੇ ਪੂਰੇ ਮੁਕਾਬਲਾ ਹੀ ਹੈ। ਸਾਲ ਹੋ ਗਿਆ, ਫਿਰ ਸਮਝਾ ਨਹੀਂ ਪਾਇਆ ਤਾਂ ਨਾਕਾਮ ਕੀ ਹੋਗੀ? ਸਮਝਾ ਪਾਇਆ ਹੀ ਨਹੀਂ ਕੋਈ। ਕਿੱਥੇ ਸਮਝਾ ਪਾਇਆ ਕੋਈ? ਸਾਲ ਐਵੇਂ ਹੀ ਫਿਰ ਲੰਘ ਗਿਆ। ਕਦੇ ਸਮਝਾ ਲੈਂਦੇ ਤਾਂ ਫਿਰ ਤਾਂ ਗੱਲ ਹੀ ਮੁੱਕ ਜਾਂਦੀ ਉਦੋਂ ਹੀ। ਤੁਹਾਡੇ ਹਿਸਾਬ ਨਾਲ ਹੁਣ ਕੀ ਹੋਣਾ ਚਾਹੀਦਾ? ਮੈਂ ਤੇ ਇਹੀ ਕਿਹਾ ਵਾ ਕਿ ਸਾਨੂੰ ਸਟੈਂਡ ਲੈਣਾ ਚਾਹੀਦਾ। ਪੰਜਾਬ ਵੇਖੋ, ਪੰਜਾਬ 'ਚ ਰਾਜਨੀਤੀ ਕਰਨੀ ਆ, ਪੰਜਾਬ 'ਚ ਸਾਰਾ ਸਿਸਟਮ ਆ। ਵਰਕਰ ਡਿਮੋਰਲਾਈਜ਼ ਆ। ਵਰਕਰ ਤਦ ਹੀ ਬੂਸਟ ਹੋਣਾ ਦਾ ਮੁਰੇਲ ਵੀ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਹੋਈਏ ਤੇ ਦਿੱਲੀ ਨੂੰ ਮਜਬੂਰ ਕਰੀਏ, ਸਰਕਾਰ ਨੂੰ ਮਜਬੂਰ ਕਰੀਏ ਵੀ ਇਹਨੂੰ ਕਿਸੇ ਵੀ ਲੈਵਲ ਤੇ। ਮੈਂ ਰੱਦ ਨਹੀਂ ਕਿਹਾ, ਮੈਂ ਕਾਨੂੰਨ ਮਾੜੇ ਨਹੀਂ ਕਦੀ ਕਹੇ, ਮੈਂ ਮੋਦੀ ਸਾਹਿਬ ਦੀ ਸਰਕਾਰ ਨੂੰ ਮਾੜਾ ਨਹੀਂ ਕਿਹਾ, ਮੋਦੀ ਸਾਹਿਬ ਨੂੰ ਮਾੜਾ ਨਹੀਂ ਕਿਹਾ, ਪਰ ਸਟੇਟ ਦੀ ਜਿਹੜਾ ਯੂਨਿਟ, ਉਹਦੀ ਵਿਲ ਪਾਵਰ ਜਿਹੜੀ ਬੜੀ ਕਮਜ਼ੋਰ ਆ। ਇਹ ਆਪਣੀ ਉੱਥੇ ਨਹੀਂ ਗੱਲ ਰੱਖ ਪਾਏ ਵੀ ਮੈਂ ਆਪਣੇ ਪੰਜਾਬ ਦੇ ਲੋਕਾਂ ਨੂੰ, ਵਰਕਰਾਂ ਨੂੰ ਕਿਤਨਾ ਸੰਭਾਲਾਂ, ਕੀ ਜਵਾਬ ਦੇਵਾਂ। ਜਾਂ ਇਸ ਮਸਲੇ ਨੂੰ ਕਿਸੇ ਵੀ ਲੈਵਲ ਤੇ ਹੱਲ ਕਰੋ ਜਾਂ ਮੈਨੂੰ ਛੁੱਟੀ ਦੇ ਦਿਓ। ਹੱਥ ਜੋੜ ਦੇਣੇ ਚਾਹੀਦੇ। ਤਾਂ ਬੀਜੇਪੀ ਦਾ ਕੋਰ ਕਮੇਟੀ ਦੀਆਂ ਮੀਟਿੰਗਾਂ ਕਰ ਰਹੇ ਨੇ, ਉਹ ਕਹਿੰਦੇ 117 ਦੇ ਇਲੈਕਸ਼ਨ ਲੜਨਗੇ ਕਿਉਂਕਿ ਇਹ ਓਵਰ ਕੌਨਫੀਡੈਂਟ ਹੈ ਉਹਨਾਂ ਦਾ। ਓਵਰ ਨਹੀਂ, ਆਪਣੇ ਆਪ ਨੂੰ ਝੂਠ ਬੋਲਦੇ ਪਏ ਆ। ਜਦੋਂ ਬੰਦਾ ਰੋਜ਼ ਆਪਣੇ ਆਪ ਨੂੰ ਝੂਠ ਬੋਲੇ ਨਾ, ਤਾਂ ਉਹਨੂੰ ਸੁਪਨੇ ਫਿਰ ਸਰਕਾਰਾਂ ਦੇ ਆਉਂਦੇ ਹੁੰਦੇ ਆ। ਹਾਲਾਤ ਤੇ ਇਹ ਆ ਵੀ 2800 ਤਕਰੀਬਨ ਕਾਉਂਸਲਰ ਦੀਆਂ ਸੀਟਾਂ ਦੀ ਇਲੈਕਸ਼ਨ ਹੋਈ ਤੇ ਉਹਦੇ 'ਚ ਆਪਾਂ ਥੋੜਾ 4 ਮਹੀਨੇ ਪਹਿਲਾਂ ਉਹਦੇ 'ਚ ਅਸੀਂ 1100 ਬੰਦੇ ਖਿਲਾਰ ਪਾਏ। ਉਹ ਵੀ ਕਿਸੇ ਦਾ ਡਰਾਈਵਰ ਫੜ, ਕਿਸੇ ਦਾ ਮਾਲੀ ਫੜ, ਠੀਕ ਹੈ, ਖਰਚੇ ਦੇ ਕੇ। ਤੇ ਉਹਦੇ 'ਚੋਂ 45 ਅਸੀਂ ਪੂਰੇ ਪੰਜਾਬ 'ਚ ਜਿੱਤੀਆਂ। 98% ਜ਼ਮਾਨਤਾਂ ਜ਼ਬਤ ਹੋਈਆਂ। 1-1.5% ਤੋਂ ਵੱਧ ਵੋਟ ਨਹੀਂ ਪਈ ਸਾਨੂੰ। ਤੇ ਅਸੀਂ ਇਹਨੇ 117 ਹੁਣ ਲੜਨੇ ਆ। ਤੇ ਮੈਨੂੰ ਪਤਾ ਨਹੀਂ ਕਿਹੜਾ ਨਾ ਕੋਈ ਜਾਦੂ ਦਾ ਚਿਰਾਗ ਆ ਗਿਆ ਜਿਹੜਾ ਘਸਾ ਕੇ ਤੇ ਇਹਨਾਂ ਨੇ 117 ਜਿੱਤਣੀਆਂ। ਪੰਜਾਬ ਪ੍ਰਧਾਨ ਦੇ ਅਸਤੀਫੇ ਦੇ ਨਾਲ ਕੀ ਸੁਧਾਰ ਹੋ ਸਕਦਾ ਤੁਹਾਡੇ ਮੁਤਾਬਿਕ? ਜੇ ਸੁਧਾਰ ਹੋਵੇ ਨਾ ਹੋਵੇ ਮੋਰਲ ਗਰਾਊਂਡ ਦੇ ਉੱਤੇ, ਮੈਂ ਤਾਂ ਇਹਨਾਂ ਵੀ ਆਪਣੀ ਵੇਖੋ ਅੰਦਰ ਆਪਣੇ ਨੂੰ ਝਾਤੀ ਮਾਰਨੀ ਚਾਹੀਦੀ ਹੈ। ਮੈਂ ਇੱਥੋਂ ਕੋਈ ਜੇ ਪਠਾਨਕੋਟ ਦੇ ਵਿੱਚ ਇੰਨੀ ਟੁੱਟਿਆ, ਇੱਥੇ ਸੁਜਾਨਪੁਰ ਪਠਾਨਕੋਟ ਦਾ ਹਿੱਸਾ ਨਹੀਂਗਾ, ਪਠਾਨਕੋਟ ਹੀ ਆ ਨਾ। ਉੱਥੋਂ ਮੈਂ ਹੋ ਕੇ ਆਇਆ। ਇੰਨੀ ਪੀੜਾ ਵਾ ਕਾਰਜਕਰਤਾ ਦੀ ਪਾਰਟੀ ਛੱਡਦੀ ਆ। ਇੰਨਾ ਪੁਰਾਣਾ 5 ਵਾਰੀ ਜਿੱਤਿਆ ਕਾਉਂਸਲਰ, ਮਿਊਨਿਸਪਲ ਕਮੇਟੀ ਦਾ ਪ੍ਰਧਾਨ ਰਿਹਾ, ਉਹਦੇ ਲੈਵਲ ਦਾ ਇੱਕ ਤਕੜੇ ਲੈਵਲ ਦਾ ਵਰਕਰ ਛੱਡ ਕੇ ਚਲੇ ਗਿਆ। ਜੇ ਆਪਣਾ ਜ਼ਿਲ੍ਹਾ ਨਹੀਂ ਆਪਾਂ ਸਾਂਭ ਪਾ ਰਹੇ ਤੇ ਪੂਰੇ ਪੰਜਾਬ ਨੂੰ ਕਿਸ ਤਰ੍ਹਾਂ ਸੰਭਾਲਾਂਗੇ? ਤੁਸੀਂ ਵੀ ਦਾਵਾ ਨੇਤਾ ਰਹੇ ਹੋ ਅਕਾਲੀ ਬੀਜੇਪੀ ਦੇ ਸਰਕਾਰ ਦੇ ਟਾਈਮ ਦੇ ਉੱਤੇ, ਔਰ ਹੁਣ ਜੇ ਪਾਰਟੀ ਲਾਈਨ ਕੀ ਹੋਣੀ ਚਾਹੀਦੀ ਹੈ ਬੀਜੇਪੀ ਦੀ
ਬੀਜੇਪੀ ਦੀ ਪਾਰਟੀ ਲਾਈਨ ਜੋ ਪੰਜਾਬ ਦੇ ਮੁੱਦੇ ਉਹਨਾਂ ਨਾਲ ਖੜੇ ਹੋਣ ਦੀ ਹੋਣੀ ਚਾਹੀਦੀ ਹੈ। ਅਸੀਂ ਯੂਪੀ ਬਿਹਾਰ ਚੋਂ ਵੋਟਾਂ ਨਹੀਂ ਲੈਣੀਆਂ, ਦਿੱਲੀ ਚੋਂ ਨਹੀਂ ਲੈਣੀਆਂ, ਪੰਜਾਬ 'ਚ ਹੀ ਰਾਜਨੀਤੀ ਕਰਨੀ ਹੈ। ਇਸ ਕਰਕੇ ਪੰਜਾਬ ਦੇ SYL ਦੇ ਉੱਤੇ ਕੇਂਦਰ ਦਾ ਵਿਊ ਹੋਰ ਸੀ। ਕੇਂਦਰ ਚਾਹੁੰਦੀ ਸੀ SYL ਨਹਿਰ ਬਣੇ। ਪੰਜਾਬ ਬੀਜੇਪੀ ਨੇ ਉਸ ਵੇਲੇ ਸਟੈਂਡ ਲਿਆ ਕਿ ਅਸੀਂ ਪੰਜਾਬ ਦੇ ਨਾਲ ਹਾਂ, ਅਸੀਂ ਪੰਜਾਬ ਦਾ ਪਾਣੀ ਨਹੀਂ ਜਾਣ ਦੇਵਾਂਗੇ। ਇਹ ਨਹੀਂ ਕਹਿ ਸਕਦੇ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਹਾਂ, ਅਸੀਂ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਖੜੇ ਹਾਂ। ਇਹ ਮਸਲਾ ਹੱਲ ਹੋਣਾ ਚਾਹੀਦਾ। ਪੰਜਾਬ ਦੇ ਆਗੂ ਹੀ ਸਰ ਹਰਜੀਤ ਗਰੇਵਾਲ ਜੀ ਜਿਹੜੇ ਉਹ ਹਜੇ ਵੀ ਉਹਨਾਂ ਦਾ ਬਿਆਨ ਆ ਰਿਹਾ ਵੀ ਕਿਸੇ ਵੀ ਸ਼ਰਤ ਤੇ ਕਾਨੂੰਨ ਰੱਦ ਨਹੀਂ ਹੋਣਗੇ। ਕੀ ਕਹਿਣਾ ਉਹਨਾਂ ਨੂੰ ਪਤਾ ਨਹੀਂ ਕਿੰਨੇ ਅਥਾਰਟੀ ਦੇ ਦਿੱਤੀ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਨਾ ਕਿਸੇ ਮੀਟਿੰਗ 'ਚ ਬੈਠੇ, 11 ਦੌਰ ਦੀ ਮੀਟਿੰਗ ਹੋਈ ਹੈ ਨਾ, ਮੀਟਿੰਗ 'ਚ ਕਿਸੇ 'ਚ ਨਹੀਂ ਬੈਠੇ। ਉਹਨਾਂ ਨੂੰ ਤਾਂ ਤੁਸੀਂ ਭਾਅ ਦੇਈ ਜਾਂਦੇ ਜੇ, ਮੇਰਾ ਤਾਂ ਖਿਆਲ ਹੈ ਤੁਹਾਨੂੰ ਭਾਅ ਦੇਣਾ ਬੰਦ ਕਰਨਾ ਚਾਹੀਦਾ। ਤੁਸੀਂ ਪਠਾਨਕੋਟ ਜ਼ਿਲ੍ਹੇ 'ਚ ਆਏ ਹੋ, ਮਾਸਟਰ ਜੀ ਵੀ ਕਿਤੇ ਨਾ ਕਿਤੇ ਪਲੇਟਫਾਰਮ ਤੋਂ ਦੇਖੋ ਮੈਂ ਤੇ ਮਾਸਟਰ ਜੀ ਦਾ ਅੱਜ ਤੇ ਮੈਂ ਪਤਾ ਲੈਣ ਨਹੀਂ ਆਇਆ। ਇੱਕ ਮੈਂ ਸੁਜਾਨਪੁਰ ਆਇਆ ਸੀ। ਸਿਰਫ ਦੋਨਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਇਹ ਪਾਰਟੀ ਤੋਂ ਨਾਰਾਜ਼ ਚੱਲ ਰਹੇ, ਕੀ ਕਰ ਰਹੇ? ਨਹੀਂ, ਨਾਰਾਜ਼ ਕਿੱਥੇ ਚੱਲ ਰਹੇ ਆ? ਅਸੀਂ ਤਾਂ ਪਾਰਟੀ ਨੂੰ ਬਚਾਉਣ ਵਾਸਤੇ ਆਪਣੇ ਆਪ ਨੂੰ ਝੋਂਕਤਾ ਵਾ। ਨਾਰਾਜ਼ਗੀ ਹੁੰਦੀ ਆ ਵੀ ਚੰਗਾ ਤਮਾਸ਼ਾ ਵੇਖੀਏ, ਪਾਸੇ ਹੋ ਕੇ ਕੀ ਹੋ ਰਿਹਾ, ਉਹ ਅਸੀਂ ਤਮਾਸ਼ਾ ਨਹੀਂ ਵੇਖਦੇ ਪਏ, ਅਸੀਂ ਆਪਣੇ ਆਪ ਨੂੰ ਦਾਅ ਤੇ ਲਾਇਆ। ਨਹੀਂ, ਪਰ ਇਸ ਤੋਂ ਇਲਾਵਾ ਜ਼ਿਲ੍ਹੇ ਮਾਸਟਰ ਜੀ ਨੇ ਸਾਰੀ ਜ਼ਿੰਦਗੀ ਲਾਈ ਪਾਰਟੀ ਪਿੱਛੇ। 34-35 ਸਾਲ ਮੈਨੂੰ ਹੋ ਗਿਆ। ਕਿਸ ਲੈਵਲ ਤੇ ਕੰਮ ਕੀਤਾ। MLA ਹੁੰਦਿਆਂ ਵੀ ਲੋਕਾਂ ਕਰਕੇ ਲੜਦਾ ਰਿਹਾ, ਧਰਨੇ ਲਾਉਂਦਾ ਰਿਹਾ ਸਰਕਾਰ ਦੇ ਖਿਲਾਫ। ਮੰਤਰੀ ਹੁੰਦਿਆਂ ਵੀ MLA ਟਾਈਮ ਤੇ ਮੇਰੇ 12 ਸਾਥੀਆਂ ਦੇ ਗੋਲੀਆਂ ਵੱਜੀਆਂ। ਪਾਰਟੀ ਦਾ ਕੰਮ ਕਰਦੇ ਆ, ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਾਂ ਸੀ। ਦੂਜੇ ਪਾਸੇ ਅਕਾਲੀ ਦਲ ਅਲੱਗ ਲੜਦਾ ਪਿਆ ਸੀ, ਅਸੀਂ BJP ਅਲੱਗ ਲੜਦੀ ਪਈ ਸੀ। ਉਸ ਵੇਲੇ ਇਲੈਕਸ਼ਨਾਂ 'ਚ ਹੁੰਦੀਆਂ ਚੀਜ਼ਾਂ, ਅਸੀਂ ਨਹੀਂ ਝੁਕੇ। ਮੰਤਰੀ ਟਾਈਮ ਦੇ ਉੱਤੇ ਪਾਰਟੀ ਦਾ ਕੰਮ ਕਰਦੇ ਆ, ਮੇਰੇ ਭਰਾ ਤੇ ਗੋਲੀਆਂ ਚੱਲੀਆਂ, ਨਹੀਂ ਝੁਕੇ। ਮੈਂ ਮੰਡਲ ਪ੍ਰਧਾਨ ਸੀ ਜਦੋਂ ਵਾਜਪਾਈ ਸਾਹਿਬ ਦਾ ਪੁਤਲਾ ਨਹੀਂ ਸੀ ਸਣ ਦਿੱਤਾ। 400 ਲੋਕਾਂ ਦੇ ਜਲਸੇ 'ਚ ਵੜ ਗਿਆ ਸੀ ਸਟੇਜ ਦੇ ਉੱਤੇ ਤੇ ਪੁਤਲਾ ਨਹੀਂ ਸੀ ਸਣ ਦਿੱਤਾ। ਤੇ ਮਤਲਬ ਜੁੱਧ ਲੜ ਲਿਆ, 307 ਦਾ ਮੇਰੇ ਤੇ ਪਰਚਾ ਆਇਆ ਸੀ, ਨਹੀਂ ਝੁਕੇ। ਇਸ ਲੈਵਲ ਤੇ ਕੰਮ ਕੀਤਾ। ਸਾਨੂੰ ਪੀੜਾ ਨਹੀਂ ਗਈ 34-35 ਸਾਲ ਕੰਮ ਕਰਕੇ ਪਾਰਟੀ ਸਾਡੇ ਸਾਹਮਣੇ ਬਿਖਰਦੀ ਹੋਵੇ। ਪਾਰਟੀ ਸਾਡੇ ਸਾਹਮਣੇ ਜਿਹੜੀ ਆ ਛੱਡ ਲੋਕ ਜਾਣ ਡਏ ਹੁਣ, ਸਾਡੇ ਵਰਕਰ ਦੇ ਕੱਪੜੇ ਤੱਕ ਲਾਤੇ ਜਾਣ, ਅਸੀਂ ਉਹਨੂੰ ਇਨਸਾਫ ਨਾ ਦਵਾ ਪਾਈਏ। ਤੇ ਜਿਹੜਾ ਪ੍ਰਧਾਨ ਦਾ ਕਸਟੋਡੀਅਨ ਹੁੰਦਾ, ਪ੍ਰਧਾਨ ਜਿਹੜਾ ਨਾ ਉਹ ਪਾਰਟੀ ਦਾ ਮਾਈ ਬਾਪ ਹੁੰਦਾ ਵਾ, ਉਹਨੂੰ ਉਹਦੀ ਟੱਬਰ ਜਿਹੜਾ ਵਾ ਸਾਰੇ ਉਹਦਾ ਇਹ ਹਾਲ ਹੁੰਦਾ ਹੋਵੇ ਤੇ ਪਾਰਟੀ ਪ੍ਰਧਾਨ ਤੇ ਕੋਈ ਅਸਰ ਨਾ ਹੋਵੇ। ਮੈਂ ਜੀ ਭਰਾ ਜੋਸ਼ੀ ਸਾਹਿਬ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ 4 ਦਿਨ ਮੈਂ ਬਿਸਤਰ ਤੇ ਰਿਹਾ, ਮੇਰਾ ਪਤਾ ਕਰਨ ਆਏ ਨੇ। ਮੈਂ ਤੇ ਇਸ ਗੱਲ ਤੇ ਬੜਾ ਸ਼ੁਕਰਗੁਜ਼ਾਰ ਹਾਂ। ਬਾਕੀ ਜਿਹੜੀਆਂ 2-3 ਤੁਸੀਂ ਮੁੱਦੇ ਉਠਾਏ ਨੇ, ਮੈਂ ਨਾ ਤਿੰਨਾਂ 'ਚ ਨਾ 13 'ਚ 12 ਸਾਲ ਦਾ ਮੈਂ ਘਰ 'ਚ ਬੈਠਾ। ਹੁਣ ਜਿਸਲੇ ਕਿਸਾਨਾਂ ਦਾ ਅੰਦੋਲਨ ਚੱਲਿਆ ਤੇ ਪਾਰਟੀ ਦੇ ਅੰਦਰ ਜੋ ਕੁਝ ਵੀ ਬਿਖਰਾਵ ਨਜ਼ਰ ਆਇਆ ਤੇ ਪੱਤਰਕਾਰ ਮੇਰੇ ਕੋਲ ਪੁੱਛਦੇ ਨੇ ਕੋਈ ਗੱਲਾਂ, ਕੋਈ ਸਵਾਲ, ਤੇ ਮੈਨੂੰ ਕੀ ਕਹਿਣਾ ਚਾਹੀਦਾ? ਚੁੱਪ ਰਹਿਣਾ ਚਾਹੀਦਾ? ਮੈਂ ਕਹਿ ਦਿਆਂ ਕਿ ਚੰਗਾ ਜੀ, ਮਿਹਰਬਾਨੀ। ਮੈਨੂੰ ਤੇ ਉਹ ਦੁਖਦ ਜਵਾਬ ਜਿਹੜੇ ਨੇ ਦੇਣੇ ਪੈਂਦੇ ਨੇ ਜਦੋਂ ਕੋਈ ਪੱਤਰਕਾਰ ਮੇਰੇ ਕੋਲ ਪੁੱਛਦਾ। ਅਦਰਵਾਈਜ਼ ਤੇ 12 ਸਾਲ ਦਾ ਮੈਂ ਚੁੱਪ ਹੀ ਸੀ। ਤੁਸੀਂ ਕੋਈ ਐਗਜ਼ਾਮਪਲ ਦੱਸ ਦਿਓ ਜਦੋਂ ਮੈਂ ਕਿਤੇ ਕੋਈ ਗੱਲ ਕੀਤੀ ਹੋਏ। ਹੁਣ ਰੀਸੈਂਟਲੀ ਕੋਈ ਪੱਤਰਕਾਰ ਮੇਰੇ ਕੋਲ ਪੁੱਛ ਕੇ ਆ ਜਾਂਦੇ ਨੇ ਪੁੱਛਣ ਵਾਸਤੇ ਕਿ ਤੁਸੀਂ ਇਲੈਕਸ਼ਨ ਲੜਨਾ ਜੀ, ਬਾਈ ਦਾ ਪਾਰਟੀ ਟਿਕਟ ਦੇਗੀ? ਮੈਂ ਕਿਹਾ ਹਾਂ ਜੀ, ਜ਼ਰੂਰ ਲੜਾਂਗੇ। ਦੂਜਾ ਪ੍ਰਸ਼ਨ ਕਰਦੇ ਨੇ ਜੀ ਫਿਰ ਅਸ਼ਵਨੀ ਕਿੱਥੇ ਜਾਏਗਾ? ਮੈਂ ਕਿਹਾ ਜੀ ਜਦ ਤੱਕ ਅਸ਼ਵਨੀ ਹੈ ਮੈਂ ਇਲੈਕਸ਼ਨ ਨਹੀਂ ਲੜ ਸਕਦਾ। ਮੈਂ ਤੇ ਇਹ ਗੱਲਾਂ ਕਹੀਆਂ, ਦੂਜੀ ਗੱਲ ਤਾਂ ਕੋਈ ਕੀਤੀ ਨਹੀਂ। ਤੀਸਰੀ ਗੱਲ ਜਿਹੜੀ ਜੋਸ਼ੀ ਸਾਹਿਬ ਨੇ ਕਹੀ ਹੈ, ਜਿਹੜੇ ਦੂਜਾ ਪ੍ਰਸ਼ਨ ਹੈ ਤੁਹਾਡਾ, ਜੋਸ਼ੀ ਸਾਹਿਬ ਨੇ ਕੋਈ ਐਂਟੀ ਪਾਰਟੀ ਤੇ ਨਹੀਂ ਨਾ ਗੱਲ ਕੀਤੀ। ਉਹਨੇ ਕਿਹਾ ਕਿ ਕਿਸਾਨ ਦੀ ਗੱਲ ਸੁਣੀ ਜਾਵੇ, ਪਾਰਟੀ ਦਾ ਹਿੱਤ ਹੋਏਗਾ। ਇਹ 'ਚ ਕੋਈ ਮਾੜੀ ਗੱਲ ਨਹੀਂ ਕਹੀ। ਮੈਂ ਵੀ ਇਹੀ ਗੱਲ ਕਹੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਪੁਚਕਾਰ ਕਰਕੇ ਟੇਬਲ ਟਾਕ ਤੇ ਬਿਠਾਵੇ। ਦੂਸਰੀ ਗੱਲ ਕਿਸਾਨਾਂ ਨੂੰ ਕਹੀ ਹੈ ਕਿ ਜ਼ਿੱਦ ਛੱਡੋ, ਇਹ ਜਿਹੜੇ ਕ੍ਰਿਸ਼ੀ ਕਾਨੂੰਨ ਰੱਦ ਕਰਨੇ ਆ ਇਹਦੀ ਜ਼ਿੱਦ ਛੱਡੋ, ਟੇਬਲ ਤੇ ਬੈਠੋ, ਉੱਥੇ ਰੱਦ ਕਰਾ ਲਓ। ਇਹਦੇ 'ਚ ਕਿਹੜੀ ਵੱਡੀ ਗੱਲ? ਲੋੜਾ ਆ ਗਿਆ। ਅਸੀਂ ਤੇ ਕੋਈ ਪਾਰਟੀ ਦੇ ਖਿਲਾਫ ਕਦੇ 100 ਜਨਮ ਨਹੀਂ ਜਾ ਸਕਦੇ। ਜਿਸ ਪਾਰਟੀ ਨੂੰ ਅਸੀਂ ਖੜਾ ਕੀਤਾ, ਜਿਸ ਪਾਰਟੀ 'ਚ ਅਸੀਂ ਖੂਨ ਡੋਲਿਆ, ਜਿਸ ਪਾਰਟੀ ਦੀ ਖਾਤਰ ਅਸੀਂ ਜੇਲ੍ਹਾਂ ਸਹੀਆਂ ਨੇ, ਜਿਸ ਪਾਰਟੀ ਦੀ ਖਾਤਰ ਕਾਂਗਰਸ ਦੀਆਂ ਲਾਠੀਆਂ ਸਹੀਆਂ ਨੇ, ਉਸ ਪਾਰਟੀ ਦੇ ਖਿਲਾਫ ਅਸੀਂ ਸੋਚ ਨਹੀਂ ਸਕਦੇ ਜਾਣਾ, ਤੇ ਕਦੇ 3 ਕਾਲ ਨਹੀਂ ਸੋਚ ਸਕਦੇ। ਤੀਸਰਾ ਪ੍ਰਸ਼ਨ ਤੁਸੀਂ ਇਹ ਕਿਹਾ ਕਿ ਬਈ ਮੋਦੀ ਸਾਹਿਬ ਨੇ ਬੇਇਨਸਾਫੀ। ਮੈਂ ਇਹ ਕਿਹਾ ਕਿ ਬਈ ਪੰਜਾਬ ਨੂੰ ਜਿਹੜੀ ਬਾਰਡਰ ਸਟੇਟ ਹੈ, ਇੱਥੇ 1-2 ਮਿਨਿਸਟਰ ਹੋਰ ਬਣਾਉਣੇ ਚਾਹੀਦੇ ਨੇ। ਇਹ ਗੱਲ ਕਹੀ ਹੈ, ਮੈਂ ਤੇ ਇਹਦੀ ਮਾੜੀ ਗੱਲ ਨਹੀਂ ਕੀਤੀ। ਮੈਂ ਨਾ ਮੋਦੀ ਦੇ ਖਿਲਾਫ ਕੀਤੀ, ਨਾ ਗੱਲ ਕੀਤੀ। ਜੋਸ਼ੀ ਸਾਹਿਬ ਤੇ ਕਹਿ ਰਹੇ ਨੇ ਕਿ ਪ੍ਰਧਾਨ ਹੋਣਾ ਨੂੰ ਇਸਤੀਫਾ ਦੇਣਾ ਚਾਹੀਦਾ। ਤੁਹਾਡਾ ਕੀ ਕਹਿਣਾ ਇਸ ਬਾਰੇ? ਦੇਖੋ, ਅਸਤੀਫਾ ਦੇਣਾ ਜਾਂ ਨਹੀਂ ਦੇਣਾ ਮੇਰਾ ਵਿਸ਼ੇ ਨਹੀਂ ਹੈਗਾ ਜੀ। ਇਹ ਮੇਰਾ ਵਿਸ਼ੇ ਨਹੀਂ ਹੈਗਾ। ਮੈਂ ਨਾ ਮੇਰੇ ਤੋਂ ਪੁੱਛ ਕੇ ਬਣਾਇਆ ਪਾਰਟੀ ਨੇ, ਨਾ ਮੇਰੇ ਕਹਿਣ ਤੇ ਕਿਸ ਨੇ ਹਟਾਉਣਾ। ਸੋ ਮੇਰੇ ਪੁੱਛਣ ਦਾ ਤਾਂ ਮਤਲਬ ਹੀ ਨਹੀਂ ਕੋਈ ਹੈ।
ਮੈਨੂੰ ਤੁਸੀਂ ਇਹ ਕਹੋਗੇ ਕਿ ਪਾਰਟੀ ਦੀ ਦਰੀਏ ਵਿਛਾਣੀ ਹੋਣੇ ਵਿਛਾ ਦੇਣੀ ਹੈ, ਜੋਸ਼ੀ ਨੇ ਵੀ ਵਿਛਾਣੀ ਹੈ, ਇਹ ਪੁੱਛ ਲੈਣ ਗੱਲ, ਜੋਸ਼ੀ ਨੇ ਵੀ ਪੁੱਛ ਲੈਣਾ, ਜੋਸ਼ੀ ਨੇ ਵੀ ਦਰੀਏ ਵਿਛਾਣੀ, ਅਸੀਂ ਵੀ ਦਰੀਏ ਵਿਛਾਣੀ ਹੈ। ਸਾਡੇ ਪੱਲੇ ਕੀ ਆ? ਸਾਡੇ ਦੇ ਪੱਲੇ ਹੀ ਕੁਛ ਨਹੀਂ। ਪਿਛਲੇ 12 ਸਾਲ ਦਾ ਪਾਰਟੀ ਦੇ ਵੱਲੋਂ ਨਾ ਅਸੀਂ 3 ਚ, ਨਾ ਅਸੀਂ 13 ਚ, ਨਾ ਅਸੀਂ ਮੀਟਿੰਗ, ਨਾ ਸਾਨੂੰ ਸੁਣਿਆ ਜਾਂਦਾ, ਨਾ ਸਾਨੂੰ ਬੁਲਾਇਆ ਜਾਂਦਾ। ਸੋ ਕੋਈ ਯਾਰ ਸਾਨੂੰ ਕੋਈ ਤੁਹਾਡੇ ਵਰਗੇ ਆਦਮੀ ਆ ਜਾਂਦੇ ਨੇ ਪੁੱਛਣ ਵਾਸਤੇ ਕਿ ਇਹ ਮਾਸਟਰ ਜੀ ਹੋ ਗਿਆ, ਮਾਸਟਰ ਜੀ ਹੋ ਗਿਆ, ਫਿਰ ਸਾਨੂੰ ਜਵਾਬ ਦੇਣਾ ਪੈਂਦਾ ਯਾਰ ਅਸੀਂ ਚੁੱਪ ਜਾ ਤੇ ਅਸੀਂ ਗੁੰਗੇ ਹੋਈਏ, ਬਹਿਰੇ ਹੋਈਏ ਤੇ ਅਸੀਂ ਜਵਾਬ ਨਾ ਦਈਏ। ਹੁਣ ਕੋਈ ਪੁੱਛਣ ਆ ਜੇ ਤੇ ਅਸੀਂ ਜਵਾਬ ਤੇ ਦੇਣਾ ਹੀ ਹੈ। ਪਾਰਟੀ ਟੁੱਟਦੀ ਬਰਤਨ ਨਹੀਂ। ਹੁਣ ਜਿਹੜੀ ਸਟੇਟ ਜਿਹੜੀ ਲੀਡਰਸ਼ਿਪ ਹੈਗੀ ਹੈ ਤੁਹਾਡੀ ਪੰਜਾਬ ਦੀ, ਤੁਹਾਡੇ ਮੁਤਾਬਿਕ ਸਹੀ ਕੰਮ ਕਰ ਰਹੀ ਹੈ ਉਹ, ਜਾਂ ਫਿਰ ਇਹ ਸਟੇਟ ਲੀਡਰਸ਼ਿਪ ਜਿਹੜੀ ਹੈਗੀ ਹੈ ਇਹ 'ਚ ਚੇਂਜਸ ਹੋਣੇ ਚਾਹੀਦੇ ਆ? ਤੁਸੀਂ ਮੈਨੂੰ ਨਾਲ ਜਾਓ, ਅਸੀਂ ਇਸ ਟੀਮ ਦੀ ਜਿਹੜੀ ਪੰਜਾਬ ਦੀ ਇਸ ਵੇਲੇ ਦੀ ਟੀਮ ਹੈ ਨਾ ਜੀ, ਉਹਨੂੰ ਮੁਬਾਰਕਬਾਦ ਹੀ ਦਿਓ ਤੁਸੀਂ ਬਸ ਮੇਰੇ ਵੱਲੋਂ ਕਿ ਬਹੁਤ ਬਈ ਸ਼ਾਬਾਸ਼ ਬਈ, ਬੜਾ ਅੱਛਾ ਕੰਮ ਕਰ ਰਹੇ ਹੋ, ਧੜਾ ਧੜ ਤੁਸੀਂ ਅੱਗੇ ਵਧੋ, ਬਸ ਤੁਸੀਂ 117 ਸੀਟਾਂ ਤੇ ਜਿੱਤੋ, ਮੇਰਾ ਥਾਪੜਾ ਲਵੋ, ਬਸ ਮੈਂ ਤੇ ਇਹੀ ਗੱਲ ਕਹਿਣੀ ਹੈ। ਸਾਹਿਬ ਨੇ ਤਾਂ ਸਵਾਲ ਚੱਕਦੇ ਪੂਰੀ ਪੰਜਾਬ ਜਿਹੜਾ ਯੂਨਿਟ ਹੈਗਾ ਉਹਦੇ ਤੇ, ਨਹੀਂ, ਜੋ ਮੈਂ- ਇਹਨਾਂ ਦੇ ਨਾਲ ਤੁਸੀਂ ਸਹਿਮਤ ਨਹੀਂ ਹੋ ਹੁਣ ਇਹ ਜਾ ਰਹੇ ਹੈਗੇ ਨੇ? ਇਹ ਤੁਸੀਂ ਮੇਰੇ ਮੂੰਹ 'ਚ ਨਾ ਪਾਓ, ਮੈਂ ਤੇ ਅਸ਼ੀਰਵਾਦ ਦੇ ਰਿਹਾ ਕਿ ਬਈ ਇਹ ਮੌਜੂਦਾ ਟੀਮ 117 ਸੀਟਾਂ ਤੇ ਜਿੱਤ ਕੇ ਆਏ, ਅਸੀਂ ਭੰਗੜਾ ਪਾਈਏ, ਮੈਂ ਵੀ ਪਾਵਾਂਗਾ, ਜੋਸ਼ੀ ਵੀ ਪਾਉਣਗੇ। ਗੱਲ ਕਦਮ ਅਸੀਂ ਕੀ ਕਹਿ ਰਹੇ ਹਾਂ? ਅਸੀਂ ਕੋਈ ਖਿਲਾਫ ਗੱਲ ਕਰ ਰਹੇ ਹਾਂ? ਐਡੇ ਸ਼ਕਤੀਸ਼ਾਲੀ ਪ੍ਰਧਾਨ ਨੇ 117 ਸੀਟਾਂ ਨਹੀਂ ਜਿੱਤ ਸਕਦੇ, ਤੁਹਾਡੇ ਸਾਹਮਣੇ ਜਿੱਤ ਕੇ ਆਣਗੇ, ਜਿੱਤ ਕੇ ਆਣਗੇ। ਤੁਸੀਂ ਦੇਖੋ ਐਵੇਂ ਅਜੇ ਐਵੇਂ ਤੂੰ ਐਵੇਂ ਸਵਾਲ ਕਰੀ ਜਾਂਦਾ। ਅਸੀਂ ਤਾਂ ਮੁਬਾਰਕ 17 ਸੀਟਾਂ ਦੇ ਕਿਆ ਕੈਂਡੀਡੇਟ ਮਿਲ ਜਾਣਗੇ? ਹੈ 117 ਦੇ ਮੈਂ ਤੁਹਾਨੂੰ ਲਿਸਟ ਕੱਢ ਕੇ ਦੱਸਾਂ, ਇੱਕ ਸੀਟ ਤੇ 12 ਆਦਮੀਆਂ ਦੀ ਲਿਸਟ ਹੈ ਨਾ ਸਾਡੇ ਕੋਲ। ਕਿਉਂ ਜੀ ਹੁਣੇ ਤਾਂ ਜਿਸ ਤਰ੍ਹਾਂ ਮੈਂ ਕਿਹਾ ਕਿਸੇ ਦਾ ਡਰਾਈਵਰ ਫੜ ਲਿਆ, ਕਿਸੇ ਦਾ ਮਾਲੀ ਫੜ ਲਿਆ, ਔਰ ਜਿਹੜੇ ਚੁਣਾਵ ਮੈਂ ਲਿਸਟਾਂ ਦੀ ਗੱਲ ਕਰ ਰਿਹਾ, ਮੈਂ ਲਿਸਟਾਂ ਦੀ ਗੱਲ ਕਰ ਰਿਹਾ। ਲਿਸਟਾਂ 'ਚ ਕੌਣ ਹੈ ਇਹ ਥੋੜਾ ਮੈਂ ਦੇਖਿਆ, ਮੈਂ ਲਿਸਟਾਂ ਦੀ ਗੱਲ ਕਰ ਰਿਹਾ। 10 12 ਲਿਸਟਾਂ ਬਣੀ ਪਈ ਨੇ, ਇੱਕ ਕਾਂਸਟੀਚੁਐਂਸੀ ਪਠਾਨਕੋਟ 'ਚ ਮੈਂ ਗਿਣਾ ਦੇਣਾ 12 ਆਦਮੀ ਦੀ ਲਿਸਟਾਂ ਨੇ। ਗਿਣਾਓ ਜੀ ਪਠਾਨਕੋਟ। ਹਾਂ, ਪਹਿਲੇ ਅਨਿਲ ਵਾਸੁਦੇਵਾ, ਅਨਿਲ ਰਾਮਪਾਲ, ਮਾਸਟਰ ਮੋਹਨ ਲਾਲ, ਅਸ਼ਵਨੀ ਸ਼ਰਮਾ, ਹਾਂਜੀ ਚੂੰਡੀ ਪ੍ਰਧਾਨ, 4-5 ਹੋਰ ਆਦਮੀ ਗਿਣਾ ਦੇਣਾ। ਕਿੰਨੇ ਹਰ ਜਗ੍ਹਾ ਤੇ ਲਿਸਟ ਹੈਗੀ ਹੈ, ਲਿਸਟਾਂ ਦੱਸਣਾ ਹੈ। ਮੈਂ ਤੇ 4-5 ਹੀ ਆਦਮੀ ਦੱਸਣੇ, ਮੈਂ ਨਹੀਂ, ਮੇਰਾ ਦਿਲ ਨਹੀਂ ਕਰਦਾ ਇਲੈਕਸ਼ਨ ਲੜਨਾ। ਜੇ ਅਗਰ 10 ਬੰਦੇ ਹੈਗੇ ਆ ਤੇ ਫਿਰ ਆਉਣ ਵਾਲੇ ਟਾਈਮ 'ਚ ਪਾਰਟੀ ਦਾ ਕੀ ਸਾਈਨ ਜਿੱਤੇਗੀ? ਪਾਰਟੀ ਪਠਾਨਕੋਟ ਤੋਂ ਲੈ ਕਰਕੇ ਤੇ ਫਾਜ਼ਿਲਕਾ ਤੱਕ ਯਾਦ ਰੱਖਣਾ, ਸਰਕਾਰ ਬਣਾਏਗੀ ਭਾਰਤੀ ਜਨਤਾ ਪਾਰਟੀ। ਐਵੇਂ ਭੁਲੇਖੇ 'ਚ ਨਾ ਰਹੋ ਤੁਹਾਨੂੰ ਕਿ ਲੱਗਦਾ ਹੈ ਕਿ ਇਹ ਹੈ ਫਲਾਣਾ ਠੀਕ ਹੈ। ਸਰਕਾਰ ਬਣਾਵਾਂਗੇ ਅਸੀਂ, ਜੋਸ਼ੀ ਸਾਹਿਬ ਨੂੰ ਫਿਰ ਮਿਨਿਸਟਰ ਬਣਾਵਾਂਗੇ ਅਸੀਂ। ਮਾਸਟਰ ਮੋਹਨ ਲਾਲ ਬਣੇ ਨਾ ਬਣੇ, ਜੋਸ਼ੀ ਸਾਹਿਬ ਨੂੰ ਮਿਨਿਸਟਰ ਬਣਾਵਾਂਗੇ। ਯਾਰ ਅਸੀਂ ਇਹ 'ਚ ਕੀ ਗੱਲ ਹੈ?